ਉੱਥੇ ਹੀ ਮੈਂ ਚਿੱਟਾ ਪੀਤਾ, ਉੱਥੇ ਹੀ ਮੈਂ ਗਾਂਜਾ ਪੀਤਾ, ਉੱਥੇ ਹੀ ਹਰ ਨਸ਼ਾ ਉੱਥੇ ਹੀ ਸ਼ੁਰੂਆਤ ਕੀਤੀ। ਉੱਥੇ ਉੱਥੇ ਅਸੀਂ 20,000 ਨੂੰ ਗ੍ਰਾਮੀ ਲੈ ਕੇ ਪੀਂਦੇ ਸੀ, 1200 ਗ੍ਰਾਮ ਦੀ ਠੀਕ ਹੈ। ਚਿੱਟਾ ਪੀਂਦੇ ਸੀ। ਮਤਲਬ ਕਿ ਉੱਥੇ ਕੰਮ ਸਾਡਾ ਦਾਰੂ ਦਾ ਸੀ, ਦਾਰੂ ਮੈਂ ਵੇਚਦਾ ਹੁੰਦਾ ਸੀ, ਦਾਰੂ ਵੀ ਵੇਚਦਾ ਸੀ, ਗਾਂਜਾ ਵੀ ਵੇਚਦਾ ਸੀ। ਹੌਲੀ ਹੌਲੀ ਸਟੈਪ ਬਾਏ ਸਟੈਪ ਅਸੀਂ ਬਹੁਤ ਉੱਥੇ ਨਸ਼ੇ ਵੇਚੇ। ਫਿਰ ਜਿੰਨਾ ਨਸ਼ਾ ਵੇਚਣਾ ਕਰਨਾ ਸਾਰਾ ਅਸੀਂ ਚਿੱਟੇ ਦੇ ਵਿੱਚ ਹੀ, ਜਿੰਨੇ ਪੈਸੇ ਕਮਾਣੇ ਚਿੱਟੇ 'ਚ ਹੀ ਯਾਰ ਲੱਗ ਗਏ। ਫਿਰ ਐਂਡ ਤੇ ਫਿਰ ਅਸੀਂ ਫੜੇ ਗਏ ਸੀ, ਸੀਆਈਡੀ ਪੁਲਿਸ ਨੇ ਚੱਕ ਲਏ ਸਾਨੂੰ। ਫਿਰ ਅਸੀਂ ਜੇਲ੍ਹ ਕੱਟ ਕੇ ਉੱਥੇ 3 ਮਹੀਨੇ, ਫਿਰ ਅਸੀਂ ਇੰਡੀਆ। ਹੁਣ ਮੈਂ ਉੱਥੋਂ ਬਲੈਕ ਲਿਸਟ ਆ ਭਾਜੀ। ਭਾਜੀ ਨਸ਼ਾ ਕੋਈ ਹੈ ਹੀ ਨਹੀਂ ਏਦਾਂ ਦਾ ਵੀ ਜਿਹੜਾ ਮੈਂ ਕਰਦਾ ਹੀ ਨਹੀਂ ਸੀ ਹੁੰਦਾ। ਹਰ ਨਸ਼ਾ ਕਰਦੇ ਸੀ। ਸਵੇਰੇ ਉੱਠਣਾ, ਸਵੇਰੇ ਪੀਣਾ ਚਿੱਟਾ, ਫਿਰ ਦੁਪਹਿਰੇ ਪੀਣਾ, ਫਿਰ ਸ਼ਾਮ ਨੂੰ ਪੀਣਾ। ਫਿਰ ਸਲੂਫੇ ਦਾ ਤਾਂ ਕੋਈ ਪਤਾ ਹੀ ਨਹੀਂ, ਗਾਂਜੇ ਦਾ ਵੀ ਕਿੰਨੀ ਵਾਰੀ ਪੀਣਾ, 2 ਵਾਰੀ 3 ਵਾਰੀ। ਬਦਮਾਸ਼ੀ ਭਾਜੀ ਆਪਾਂ ਤਕਰੀਬਨ ਬਹੁਤ ਕੀਤੀ ਹੈ, ਤਕਰੀਬਨ ਵੀ ਘਟਨਾ ਵੀ ਆ ਦੇਖ ਲਓ, ਉਂਗਲਾਂ ਟੁੱਟੀਆਂ ਹੋਈਆਂ ਨੇ, ਕੱਟ ਨੇ ਸਰੀਰਾਂ ਤੇ। ਮਤਲਬ ਬਦਮਾਸ਼ੀ ਆਪਾਂ ਫੁੱਲ ਕੀਤੀ ਹੈ, ਲੜਦੇ ਰਹੇ ਹਾਂ, ਭਿੜਦੇ ਰਹੇ ਹਾਂ। ਇੱਕ ਵਾਰੀ ਦੀ ਗੱਲ ਤੁਹਾਨੂੰ ਕਿੱਸਾ ਮੈਂ ਦੱਸ ਸਕਦਾ ਭਾਜੀ। ਹਾਂਜੀ ਭਾਈ ਦੱਸੋ ਬਾਈ। ਆ ਗਿਆ, ਕਹਿੰਦਾ ਵੀਰ ਜੀ ਮੇਰੀ ਲੜਾਈ ਹੋ ਗਈ। ਮੈਂ ਕਿਹਾ ਤੇਰੇ ਕੋਲ ਪੈਸੇ ਦੱਸ ਕਿੰਨੇ ਆ। ਕਹਿੰਦਾ ਮੇਰੇ ਕੋਲ ਵੀਰੇ 500 ਰੁਪਈਆ ਹੈ। 40 45 ਕੁੜੀਆਂ ਦੀ ਬੱਸ ਜਾ ਰਹੀ, ਅਸੀਂ ਜਾ ਕੇ ਮੋਟਰਸਾਈਕਲ ਭਜਾ ਕੇ ਅੱਗੇ ਰੁਕ ਗਏ, ਜਾ ਕੇ ਅਸੀਂ ਬੱਸ ਰੋਕ ਲਈ। ਹਾਂਜੀ ਭਾਜੀ, ਟਰਨਿੰਗ ਪੁਆਇੰਟ ਇਹ ਹੈ ਭਾਜੀ, ਜਦੋਂ ਮੈਂ ਨਸ਼ੇ ਦੂਰ ਹੋਇਆ ਮੈਂ ਗਿਆ ਸੀ ਫਤਿਹਗੜ੍ਹ ਸਾਹਿਬ। ਠੀਕ। ਭਾਜੀ ਜਿਹੜੇ ਬੰਦੇ ਕਹਿੰਦੇ ਨੇ ਚਿੱਟੇ ਪੀ, ਚਿੱਟਾ ਵਾਲਾ ਬੰਦਾ ਆਪਣਾ ਕੰਮ ਨਹੀਂ ਕਰ ਸਕਦਾ, ਮਿਹਨਤ ਨਹੀਂ ਕਰਦਾ, ਛੱਡ ਨਹੀਂ ਸਕਦਾ, ਭਾਜੀ ਮੈਂ ਇੱਕੋ ਦਮ ਛੱਡਿਆ ਸੀ ਸਾਰਾ ਕੁਛ ਹੀ। ਅੰਮ੍ਰਿਤ ਦੇ ਵਿੱਚ ਬਹੁਤ ਸ਼ਕਤੀ ਹੈ। ਆਪਣਾ ਸ਼ਹਿਰ ਛੱਡਿਆ, ਪਿੰਡ ਛੱਡਿਆ, ਕਿਹਦੇ ਕਰਕੇ? ਇੱਕ ਦਸਤਾਰ ਕਰਕੇ, ਇੱਕ ਭਾਜੀ ਸ੍ਰੀ ਸਾਹਿਬ ਕਰਕੇ। ਭਾਜੀ ਜਦੋਂ ਮੈਂ ਅੰਮ੍ਰਿਤ ਛੱਕ ਕੇ ਆਇਆ ਸੀ ਨਾ, ਠੀਕ ਹੈ ਜੀ। ਲੋਕੀ ਮੇਰੇ ਵੱਲ ਤਾੜੀਆਂ ਮਾਰ ਮਾਰ ਕੇ ਹੱਸਦੇ ਸੀ, ਕਹਿੰਦੇ ਬਾਈ ਇਹਨੇ ਦੱਸ ਦੇ ਕਿਹੜੀ ਕਿਹੜੀ ਗੱਡੀਆਂ 'ਚ ਬਿਠਾ ਦਿੰਦੇ ਨੇ। ਜਦੋਂ ਮੈਨੂੰ ਭਾਜੀ ਇਸ ਟਾਈਮ ਮੈਂ ਲੈਂਡ ਕਰੂਜ਼ਰ ਗੱਡੀ ਚਲਾਉਂਦਾ, ਲੈਂਡ ਕਰੂਜ਼ਰ, ਠੀਕ ਹੈ। ਜੈਗਵਾਰ, ਕਰੇਟਾ, ਮਤਲਬ ਬਹੁਤ ਬਹੁਤ ਸੋਹਣੀਆਂ ਗੱਡੀਆਂ 'ਚ ਬੈਠਾ। ਮਸਲੀਆਂ ਦੇ ਵਿੱਚ ਵੀ ਮਹਾਰਾਜ ਨੇ ਮੈਨੂੰ ਬਿਠਾਤਾ ਜਦੋਂ ਮੈਂ ਅੰਮ੍ਰਿਤ ਛਕ ਲਿਆ। ਠੀਕ। ਪਰਿਵਾਰ ਬਹੁਤ ਖੁਸ਼ ਹੈ। ਪਹਿਲਾਂ ਸਾਡੇ ਪਰਿਵਾਰ ਦੇ ਵਿੱਚ ਲੜਾਈਆਂ ਪੜਾਈਆਂ, ਤੀਜੇ ਦਿਨ ਆਪਣੀ ਵਾਈਫ ਕੁੱਟ ਦੇਣੀ, ਦਾਰੂ ਪੀਣੀ ਡੇਲੀ। ਭਾਜੀ ਮੈਂ ਦਾਰੂ ਵੀ ਪੀਣੀ ਕਰਨੀ। ਇੱਥੋਂ ਤੱਕ ਮੈਂ ਆਪਣੀ ਮਾਤਾ ਤੇ ਵੀ ਹੱਥ ਚੱਕਿਆ, ਆਪਣੀ ਮੰਮੀ ਦੇ ਵੀ ਮੈਂ ਹੱਥ ਚੱਕਿਆ। ਉਹਨਾਂ ਦੇ ਮੈਂ ਇੱਕ ਵਾਰੀ ਗੱਲ ਚੇਤਾ ਆ, ਪਤਾ ਕੀ ਗੱਲ, ਉਹਨੇ ਅੱਖ ਤੇ ਇੱਥੇ ਅੱਖ ਤੇ ਉਹਨਾਂ ਦੇ ਮੈਂ ਥੱਪੜ ਮਾਰ। ਕਈ ਬੰਦੇ ਹੁਣ ਨੈਗੇਟਿਵ, ਮੈਂ ਹੁਣ ਇੰਟਰਵਿਊ, ਕਈ ਬੰਦੇ ਮੈਨੂੰ ਕਮੈਂਟ ਕਰਦੇ ਸੀ ਬਾਈ 2 ਸਾਲਾਂ ਦੇ ਵਿੱਚ। ਬਾਈ ਮੇਰੀ ਗੱਲ ਸੁਣੋ, ਹਾਂ ਜੀ ਬਾਈ, ਹਰ ਇੱਕ ਤੁਹਾਡਾ ਚੀਜ਼। ਇੱਕ ਸਵਾਲ ਵੀ ਆਇਆ ਸੀ ਤੁਹਾਡਾ ਕਮੈਂਟਾਂ ਦੇ ਵਿੱਚ ਵੀ ਤੁਹਾਡੀ ਜਿਹੜੀ ਦਾੜੀ ਆ ਉਹ ਹਾਂਜੀ ਭਾਜੀ, ਛੋਟੀ ਆ। ਜਿਹੜਾ ਮੈਂ ਤੁਹਾਨੂੰ ਮੈਂ ਅੱਜ ਗੱਲ ਦੱਸਾਂ, ਮੇਰਾ ਮੇਨ ਮਕਸਦ ਇਹ ਹੈ ਵੀ ਜਿਹੜੇ ਬੰਦੇ ਚਿੱਟਾ ਪੀਂਦੇ ਨਾ ਤਾਂ ਨਹੀਂ ਛੱਡਦੇ ਆਪਣੇ ਯਾਰ। ਜੇ ਸਾਡੇ ਵੱਲ ਦੇਖ ਕੇ ਕਿਸੇ ਬੰਦੇ ਨੂੰ ਮੋਟੀਵੇਸ਼ਨ ਮਿਲੇ, ਅਗਲਾ ਕਹਿੰਦਾ ਯਾਰ ਜੇ ਉਹ ਛੱਡ ਸਕਦਾ ਅਸੀਂ ਵੀ ਛੱਡ ਸਕਦੇ ਹਾਂ। ਸਤਿ ਸ੍ਰੀ ਅਕਾਲ ਬਾਈ, ਪਹਿਲਾਂ ਹੀ ਤੁਹਾਡਾ ਨੂਰ ਪ੍ਰੋਡਕਸ਼ਨ YouTube ਚੈਨਲ ਤੇ ਬਹੁਤ ਬਹੁਤ ਸਵਾਗਤ। ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਸਮਾਂ ਕੱਢਿਆ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਾਰੇ ਮੇਰੇ ਵੀਰਾਂ ਭਰਾਵਾਂ ਨੂੰ। ਤੇ ਬਾਈ ਪਹਿਲਾਂ ਆਪਣਾ ਸਾਰੇ ਨਾਮ ਦਰਸ਼ਕਾਂ ਦੱਸੋਗੇ ਨੂੰ। ਦਰਸ਼ਕਾਂ ਨੂੰ? ਹਾਂਜੀ ਵੀਰ ਜੀ, ਮੇਰਾ ਨਾਮ ਵੀਰ ਜੀ, ਹੁਣ ਮੇਰਾ ਨਾਮ ਬਲਜਿੰਦਰ ਸਿੰਘ ਹੈ। ਇਸ ਤੋਂ ਪਹਿਲਾਂ ਮੇਰਾ ਨਾਮ ਨਿੱਕੂ ਚੀਮਾ ਸੀ। ਬਾਈ ਨਸ਼ਿਆਂ ਦੀ ਸ਼ੁਰੂਆਤ ਫਿਰ ਕਿਵੇਂ ਹੋਈ ਸੀ ਤੁਹਾਡੀ? ਵੀਰੇ ਨਸ਼ਿਆਂ ਦੀ ਸ਼ੁਰੂਆਤ ਏਦਾਂ ਹੋਈ, ਮੈਂ 2011 ਦੇ ਵਿੱਚ 11 ਕੁ ਦੇ ਵਿੱਚ ਮੈਂ ਗਿਆ ਸੀ ਬਾਹਰ, ਦੁਬਈ ਦੇ ਵਿੱਚ। ਠੀਕ ਹੈ। ਦੁਬਈ ਦੇ ਵਿੱਚ ਗਿਆ ਸੀ। ਦੁਬਈ ਦੇ ਵਿੱਚ ਅਸੀਂ ਜਾ ਕੇ ਉੱਥੇ ਦਾਰੂ ਦਾ ਕੰਮ ਕਰਦੇ ਹੁੰਦੇ ਸੀ। ਦਾਰੂ ਦਾ ਕੰਮ ਕਰਦੇ ਸੀ ਤੇ ਫਿਰ ਉੱਥੇ ਹੀ ਨਸ਼ਿਆਂ ਦੀ ਸ਼ੁਰੂਆਤ ਹੋ ਗਈ। ਚਿੱਟਾ ਵਗੈਰਾ ਜੋ ਵੀ ਹੈ ਅਸੀਂ ਉੱਥੇ ਹੀ ਪੀਣ ਲੱਗ ਗਏ ਸੀ 2011 ਦੇ ਵਿੱਚ। ਚਿੱਟਾ, ਸਮੈਕ ਜੋ ਵੀ ਹੈ ਦੁਬਈ 'ਚ ਪੀਣ ਲੱਗ ਗਏ। ਫਿਰ ਅਸੀਂ ਉੱਥੋਂ ਬਾਅਦ ਇੰਡੀਆ ਤੇ ਆ ਕੇ ਫਿਰ ਇੱਥੇ ਵੀ ਲੱਗੇ ਰਹੇ। ਬਹੁਤ ਟਾਈਮ ਹੋ ਗਿਆ ਸਾਨੂੰ ਨਸ਼ੇ ਕਰਦਿਆਂ ਨੂੰ। ਪਰ ਹੁਣ ਮੈਨੂੰ ਮਹਾਰਾਜ ਦੀ ਕਿਰਪਾ ਨਾਲ 2 ਸਾਲ ਹੋ ਗਏ ਨੇ, ਤੀਜਾ ਸਾਲ ਲੱਗ ਗਿਆ ਹੁਣ ਮੈਂ ਅੰਮ੍ਰਿਤ ਛਕ ਲਿਆ। ਤੇ ਸ਼ੁਰੂਆਤ ਬਾਈ ਤੁਹਾਡੀ ਦੁਬਈ 'ਚ ਹੋਈ ਸੀ, ਇੱਥੇ ਨਹੀਂ ਜਾਣੀ ਪਹਿਲਾਂ ਨਹੀਂ ਸੀ ਤੁਸੀਂ ਕਰਦੇ? ਹਾਂਜੀ, ਮੈਂ ਦੁਬਈ ਦੇ ਵਿੱਚ ਗਿਆ ਸੀ ਵੀਰੇ। ਦੁਬਈ ਦੇ ਵਿੱਚ ਜਦੋਂ ਕਹਿੰਦੇ ਨੇ ਜੈਸੀ ਸੰਗਤ ਵੈਸੇ ਉੱਥੇ ਮੁੰਡੇ ਐਸੇ ਟੱਕਰ ਗਏ, ਯਾਰ ਦੋਸਤ, ਮਤਲਬ ਕਿ ਮੁੰਡੇ ਐਸੇ ਟੱਕਰੀ ਸੰਗਤ। ਹੌਲੀ ਹੌਲੀ ਸਟੈਪ ਬਾਏ ਸਟੈਪ ਮੈਂ ਅੱਗੇ ਤੇ ਅੱਗੇ ਵੱਧਦਾ ਗਿਆ। ਉੱਥੇ ਹੀ ਮੈਂ ਚਿੱਟਾ ਪੀਤਾ, ਉੱਥੇ ਹੀ ਮੈਂ ਗਾਂਜਾ ਪੀਤਾ, ਉੱਥੇ ਹੀ ਹਰ ਨਸ਼ਾ ਉੱਥੇ ਹੀ ਸ਼ੁਰੂਆਤ ਕੀਤੀ। ਉੱਥੇ ਮੈਂ 3.5 4 ਸਾਲ ਦਾਰੂ ਵੇਚੀ ਵੀਰੇ। ਦਾਰੂ ਵੇਚਦੇ ਸੀ। ਫਿਰ ਉੱਥੇ ਅਸੀਂ 20,000 ਨੂੰ ਗ੍ਰਾਮੀ ਲੈ ਕੇ ਪੀਂਦੇ ਸੀ, 1200 ਗ੍ਰਾਮ ਦੀ। ਠੀਕ ਹੈ। ਇੱਕ ਟਾਈਮ ਦੇ ਵਿੱਚ ਅਸੀਂ 20,000 ਰੁਪਏ ਦੀ, ਉਧਰ 1200 ਗ੍ਰਾਮ, ਇੱਧਰ 20,000 ਬਣਦਾ ਸੀ। ਚਿੱਟਾ ਪੀਂਦੇ ਸੀ। ਮਤਲਬ ਕਿ ਉੱਥੇ ਕੰਮ ਸਾਡਾ ਦਾਰੂ ਦਾ ਸੀ, ਦਾਰੂ ਮੈਂ ਵੇਚਦਾ ਹੁੰਦਾ ਸੀ,
ਦਾਰੂ ਵੀ ਵੇਚਦਾ ਸੀ, ਗਾਂਜਾ ਵੀ ਵੇਚਦਾ ਸੀ। ਹੌਲੀ ਹੌਲੀ ਸਟੈਪ ਬਾਏ ਸਟੈਪ ਅਸੀਂ ਬਹੁਤ ਉੱਥੇ ਨਸ਼ੇ ਵੇਚੇ। ਫਿਰ ਉਹ ਜਿੰਨਾ ਨਸ਼ਾ ਵੇਚਣਾ ਕਰਨਾ ਸਾਰਾ ਅਸੀਂ ਚਿੱਟੇ ਦੇ ਵਿੱਚ ਹੀ, ਜਿੰਨੇ ਪੈਸੇ ਕਮਾਣੇ ਚਿੱਟੇ 'ਚ ਹੀ ਯਾਰ। ਤੇ ਵੇਚਣ ਦਾ ਬਾਈ ਫਿਰ ਕਿਵੇਂ ਬਣਿਆ ਸਿਲਸਿਲਾ, ਫਿਰ ਜਿਹੜਾ ਸ਼ਰਾਬ ਵੇਚਣੀ ਸ਼ੁਰੂ ਕੀਤੀ ਸੀ ਉੱਥੇ? ਸ਼ਰਾਬ ਵੀਰ ਜੀ ਗੱਲ ਏਦਾਂ ਸੀ, ਪਹਿਲਾਂ ਅਸੀਂ ਕੰਪਨੀ ਥਰੂ ਗਏ ਸੀ। ਕੰਪਨੀ ਥਰੂ ਜਦੋਂ ਅਸੀਂ ਗਏ ਸੀ, ਕੰਪਨੀ ਦੇ ਵਿੱਚ ਸਾਨੂੰ ਕੁਝ ਬਣਦਾ ਨਹੀਂ ਸੀ। ਫਿਰ ਉੱਥੇ ਉੱਥੇ ਫਿਰ ਅਸੀਂ ਕੰਮ ਕਾਰ ਕਰਨ ਲੱਗ ਗਏ। ਉੱਥੇ ਅੱਡੇ ਨੇ, ਉੱਥੇ ਸ਼ਾਮ ਨੂੰ ਅਸੀਂ ਜਾਣਾ ਕਰਨਾ ਉਹਨਾਂ ਨਾਲ, ਪਾਰਟ ਆਫ ਜੋ ਮਤਲਬ ਪਾਰਟ ਟਾਈਮ ਕੰਮ ਕਰਨਾ। ਫਿਰ ਉਸ ਤੋਂ ਬਾਅਦ ਪੱਕੇ ਕਰਤਾ ਉਹਨਾਂ ਨੇ। ਪੱਕੇ ਕਰਨ ਤੋਂ ਬਾਅਦ ਫਿਰ ਇੰਚਾਰਜ ਬਣ ਗਿਆ ਉੱਥੇ ਮੈਂ, ਸੇਲ ਵੀ ਕੀਤੀ। ਫਿਰ ਉੱਥੇ ਅਸੀਂ ਦਾਰੂ ਵੇਚਣ ਲੱਗ ਗਏ। ਫਿਰ ਐਂਡ ਤੇ ਫਿਰ ਅਸੀਂ ਫੜੇ ਗਏ ਸੀ, ਸੀਆਈਡੀ ਪੁਲਿਸ ਨੇ ਚੱਕ ਲਏ ਸਾਨੂੰ। ਫਿਰ ਅਸੀਂ ਜੇਲ੍ਹ ਕੱਟ ਕੇ ਉੱਥੇ 3 ਮਹੀਨੇ, ਫਿਰ ਅਸੀਂ ਇੰਡੀਆ ਆਏ। ਹੁਣ ਮੈਂ ਉੱਥੋਂ ਬਲੈਕ ਲਿਸਟ ਆ ਭਾਜੀ। ਤੇ ਇੰਡੀਆ ਬਾਈ ਫਿਰ ਕਿਹੜੇ ਸਾਲ ਚ ਆਏ ਸੀ ਤੁਹਾਨੂੰ ਵਾਪਸ? ਇੰਡੀਆ ਯਾਰ ਭਾਜੀ ਮੈਨੂੰ ਲੱਗਦਾ ਮੈਂ 16 16 17 16 ਦੇ ਵਿੱਚ ਆਇਆ ਸੀ। 4 ਕੁ ਸਾਲ ਆਏ ਸੀ, 2011 12 ਚ ਗਿਆ ਸੀ, 16 ਦੇ ਸੰਨ ਦੇ ਵਿੱਚ ਆਇਆ ਸੀ। ਠੀਕ ਆ ਬਾਈ। ਇੱਥੇ ਆ ਕੇ ਵੀ ਬਾਈ ਫਿਰ ਨਸ਼ਾ ਫੁੱਲ ਚੱਲਿਆ? ਹਾਂਜੀ ਹਾਂਜੀ, ਇੱਥੇ ਵੀ ਭਾਜੀ ਕਰਦੇ ਰਹੇ। ਇੱਥੇ ਵੀ ਆ ਕੇ ਮੈਂ ਤਕਰੀਬਨ 2 ਸਾਲ ਇੱਥੇ ਵੀ ਕੀਤਾ ਆ ਕੇ, ਸਾਲ 2 ਸਾਲ ਫਿਰ ਇੱਥੇ ਵੀ ਕਰਦੇ ਰਹੇ ਆ ਕੇ। ਕਿਹੜਾ ਕਿਹੜਾ ਨਸ਼ਾ ਉਸ ਸੀ ਤੋਂ ਬਾਈ ਬਾਅਦ ਜਿਹੜਾ ਫਿਰ ਇੱਥੇ? ਗੁੜੀਆ ਹੋ ਗਈ। ਗੁੜੀਆ ਭਾਜੀ ਨਸ਼ਾ ਕੋਈ ਹੈ ਹੀ ਨਹੀਂ ਇਦਾਂ ਦਾ ਵੀ ਜਿਹੜਾ ਮੈਂ ਕਰਦਾ ਹੀ ਨਹੀਂ ਸੀ ਹੁੰਦਾ। ਹਰ ਨਸ਼ਾ ਕਰਦੀ ਸੀ। ਸਵੇਰੇ ਉੱਠਣਾ, ਸਵੇਰੇ ਉੱਠ ਕੇ ਚਲੋ ਅੱਜ ਆਪਣੀ ਗੱਲ ਲੰਬੀ ਹੋ ਗਈ। ਪਹਿਲਾਂ ਮੇਰਾ ਵੀਰੇ ਇੰਟਰਵਿਊ ਹੋਇਆ ਸੀ ਮੱਕੜ ਸਾਹਿਬ ਨਾਲ, ਤੁਸੀਂ ਦੇਖਿਆ ਹੋਣਾ। ਉਹ ਤਾਂ ਗੱਲ ਥੋੜੀ ਛੋਟੀ ਸੀ। ਅੱਜ ਮੈਂ ਤੁਹਾਡੇ ਵੀਰ ਕੋਲੋਂ ਤੁਹਾਡੇ ਜਰੀਏ ਦੱਸੋ। ਮੈਂ ਸਵੇਰੇ ਉੱਠਣਾ, ਸਵੇਰੇ ਉੱਠ ਕੇ ਭੱਜਣਾ। ਪਹਿਲਾਂ ਅਸੀਂ ਸਿਗਰਟਾਂ ਭਰ ਕੇ ਪੀਂਦੇ ਹੁੰਦੇ ਸੀ, ਗਾਂਜਾ। ਪਹਿਲਾਂ ਗਾਂਜਾ ਪੀਣਾ, ਉਸ ਤੋਂ ਬਾਅਦ ਅਸੀਂ ਚਿੱਟਾ ਪੀਣਾ। ਚਿੱਟਾ ਪੀ ਕੇ ਫਿਰ ਸਵੇਰੇ ਪੀਣਾ ਚਿੱਟਾ, ਫਿਰ ਦੁਪਹਿਰੇ ਪੀਣਾ, ਫਿਰ ਸ਼ਾਮ ਨੂੰ ਪੀਣਾ। ਫਿਰ ਸੁਲਫੇ ਦਾ ਤਾਂ ਕੋਈ ਪਤਾ ਹੀ ਨਹੀਂ, ਗਾਂਜੇ ਦਾ ਵੀ ਕਿੰਨੀ ਵਾਰੀ ਪੀਣਾ, 2 ਵਾਰੀ 3 ਵਾਰੀ। ਲਿਪਾਂ ਪਤਾ ਨਹੀਂ ਕਿੰਨੀਆਂ, ਕੋਈ 3 3 ਪੁੜੀਆਂ, 2 2 ਪੁੜੀਆਂ ਖਾ ਜਾਂਦੀਆਂ। ਮਤਲਬ ਕਿ ਹਰ ਇੱਕ ਨਸ਼ਾ ਕੀਤਾ ਆ। ਕੋਈ ਨਸ਼ਾ ਇਦਾਂ ਦਾ ਨਹੀਂ ਹੈਗਾ ਜਿਹੜਾ ਅਸੀਂ ਨਹੀਂ ਕੀਤਾ। ਤੇ ਬਾਈ ਕਿੰਨੇ ਕੁ ਯਾਰ ਮਿੱਤਰ ਸੀਗੇ ਤੁਹਾਡੇ ਜਦੋਂ ਤੁਸੀਂ ਕੋਈ ਨਸ਼ਾ ਗੱਲ ਕਰਦੇ ਹੁੰਦੇ ਸੀਗੇ, ਇਸ ਬਾਰੇ ਦੱਸੋਗੇ? ਭਾਜੀ ਤਕਰੀਬਨ ਯਾਰ ਦੋਸਤ ਤਾਂ ਬਹੁਤ ਸੀ, ਯਾਰ ਦੋਸਤ ਬਹੁਤ ਸੀ। ਮਤਲਬ ਕਿ 5 7 ਮੁੰਡੇ ਤਾਂ ਅਸੀਂ ਇਦਾਂ ਦੇ ਹੁੰਦੇ ਸੀ ਵੀ ਜਿਹੜੇ ਅਸੀਂ ਇਕੱਠੇ ਹੀ ਰਹਿੰਦੇ ਹੁੰਦੇ ਸੀ। ਇਕੱਠੇ ਹੀ ਜਾਣਾ ਕਰਨਾ, ਲੈਣਾ ਕਰਨਾ। ਜਿਹਨੇ ਸਮਾਨ ਲਿਆ ਤੇ ਅਸੀਂ ਜਾਣਾ ਕਰਨਾ, ਉਹਨਾਂ ਦੇ ਕੋਲ ਬਹਿਣਾ ਕਰਨਾ, ਜਿਹਨੇ ਹਫਤਾ ਲੈਣਾ ਕਰਨਾ। ਅਸੀਂ ਤਕਰੀਬਨ ਇਕੱਠੇ ਹੀ ਰਹਿੰਦੇ ਸੀ 5 7 ਮੁੰਡੇ। ਉਹਨੂੰ ਕਹਿੰਦੇ ਹੁੰਦੇ ਸੀ ਵੀ ਜੇ ਤਾਂ ਤੁਸੀਂ ਸਮਾਨ ਵੇਚਣਾ ਸਾਨੂੰ ਸਮਾਨ ਦਿਓ, ਨਹੀਂ ਤਾਂ ਅਸੀਂ ਸਮਾਨ ਨਹੀਂ ਵੇਚਣ ਦੇਵਾਂ। ਲੜ ਪੈਂਦੇ ਸੀ ਤਕਰੀਬਨ ਸਾਰੇ ਹੀ। ਜਦੋਂ ਬੰਦਾ ਸਮਾਨ ਜੇ ਇਸ ਲਾਈਨ 'ਚ ਪੈਂਦਾ, ਚਿੱਟੇ ਵਾਲੀ ਲਾਈਨ 'ਚ ਪੈਂਦਾ, ਉਹਦੇ ਹਰੇਕ ਬੰਦੇ ਨਾਲ ਰਿਲੇਸ਼ਨ ਬਣ ਜਾਂਦੇ ਨੇ। ਰਿਲੇਸ਼ਨ ਉਸ ਬੰਦੇ ਨਾਲ ਬਣਦੇ ਨੇ ਜਿਹੜਾ ਬੰਦਾ ਚਿੱਟਾ ਪੀਂਦਾ, ਕੋਈ ਨਸ਼ਾ ਕਰਦਾ। ਮਤਲਬ ਕਿ ਤਕਰੀਬਨ ਹੀ ਸਾਰੇ ਚਿੱਟੇ ਵਾਲੇ ਬੰਦੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ। ਫਿਰ ਅਗਲਾ ਕਹਿੰਦਾ ਫਲਾਣੇ ਕੋਲੋਂ ਮਿਲਦੇ ਆ ਚਿੱਟਾ, ਫਲਾਣਾ ਵੇਚ ਰਿਹਾ ਅੱਜ, ਫਲਾਣਾ ਵੇਚ ਰਿਹਾ। ਫਿਰ ਇਹ ਸਾਰਿਆਂ ਕੋਲ ਮਤਲਬ ਕਿ ਚਲੇ ਜਾਂਦੇ ਸੀ ਜਿਹੜੇ ਜਿਹੜੇ ਵੇਚਦਾ ਸੀ। ਤੇ ਕਿੰਨੀ ਕੁ ਬਾਈ ਤੁਸੀਂ ਉਦੋਂ ਕੁੱਟਮਾਰ ਕੀਤੀ ਆ ਫਿਰ ਇਸ ਟਾਈਮ ਦੇ ਵਿੱਚ ਤੁਸੀਂ? ਬਦਮਾਸ਼ੀ ਭਾਜੀ ਆਪਾਂ ਤਕਰੀਬਨ ਬਹੁਤ ਕੀਤੀ ਹੈ। ਤਕਰੀਬਨ ਵੀ ਘਟਨਾ ਵੀ ਆ ਦੇਖ ਲਓ, ਉਂਗਲਾਂ ਟੁੱਟੀਆਂ ਹੋਈਆਂ ਨੇ, ਕੱਟ ਨੇ ਸਿਰਾਂ। ਮਤਲਬ ਬਦਮਾਸ਼ੀ ਆਪਾਂ ਫੁੱਲ ਕੀਤੀ ਹੈ। ਲੜਦੇ ਰਹੇ ਆ, ਭਿੜਦੇ ਰਹੇ ਆ। ਪਤਾ ਹੀ ਨਹੀਂ ਵੀ ਜਿਵੇਂ ਇੱਕ ਵਾਰੀ ਦੀ ਗੱਲ, ਤੁਹਾਨੂੰ ਕਿੱਸਾ ਮੈਂ ਦੱਸ ਸਕਦਾ ਭਾਜੀ। ਹਾਂਜੀ ਹਾਂਜੀ, ਦੱਸੋ ਬਾਈ। ਵੀ ਨਸ਼ੇ ਦੇ ਵਿੱਚ ਇੰਨਾ ਕੁ ਹੁੰਦਾ ਸੀ ਕੰਮ ਮਾੜਾ ਵੀ। ਇੱਕ ਵਾਰ ਦੀ ਗੱਲ, ਅਸੀਂ ਬੈਠੇ, ਮੁੰਡਾ ਸੀ ਕੋਈ, ਲੜ ਪਿਆ। ਕਹਿੰਦਾ ਬਈ ਵੀ ਮੇਰਾ ਨਾ ਲੜਾਈ ਹੋ ਗਈ ਕਿਸੇ ਬੰਦੇ ਨਾਲ ਫੈਕਟਰੀ ਦੇ ਵਿੱਚ। ਕਹਿੰਦਾ ਲੜਾਈ ਹੋ ਗਈ, ਮੁੰਡੇ 3 4 ਨੂੰ ਕੁੱਟੇ, ਦੀਆਂ ਅੱਖਾਂ ਸੁੱਜੀਆਂ। ਮੇਰੇ ਕੋਲ ਆ ਗਿਆ, ਕਹਿੰਦਾ ਵੀਰ ਜੀ ਮੇਰੀ ਲੜਾਈ ਹੋ ਗਈ। ਮੈਂ ਕਿਹਾ ਤੇਰੇ ਕੋਲ ਪੈਸੇ ਦੱਸ ਕਿੰਨੇ ਆ? ਕਹਿੰਦਾ ਮੇਰੇ ਕੋਲ ਵੀਰੇ 500 ਰੁਪਈਆ ਆ। ਚਲੋ ਅਸੀਂ ਕਿਹਾ ਸਮਾਨ ਲੈ ਕੇ ਆ। ਪਹਿਲਾਂ ਮੈਂ ਇਕੱਲਾ ਹੀ ਸੀ ਉਸ ਟਾਈਮ, ਮੈਂ ਪੀਤਾ ਪੀ ਕੇ ਉਦੋਂ ਮੁੜ ਕੇ ਸ਼ਾਮ ਨੂੰ ਮੁੰਡਿਆਂ ਨੂੰ ਫੋਨ ਕੀਤਾ। ਅਸੀਂ ਵੇਖ ਲਓ ਭਾਜੀ 500 ਰੁਪਏ ਦੇ ਵਿੱਚ ਉਹ ਮੁੰਡਿਆਂ ਦੀ ਫੈਕਟਰੀ ਬਾਹਰ ਖੜੇ ਜਾ ਕੇ ਜੋ ਖੜੇ, ਉਹ ਬੰਦਿਆਂ ਨੇ ਮੋਟਰਸਾਈਕਲ ਤੇ ਨੇ, ਕੁੜੀਆਂ ਵਾਲੀ ਬੱਸ 'ਚ ਆ ਗਏ। ਫੈਕਟਰੀ ਵਿੱਚ ਧਾਗਾ ਮਿਲ ਦਾ ਕੰਮ ਸੀ ਉਹਨਾਂ, ਕੁੜੀਆਂ ਦੀ ਫੈਕਟਰੀ ਸੀ। 40 45 ਕੁੜੀਆਂ ਦੀ ਬੱਸ ਜਾ ਰਹੀ। ਅਸੀਂ ਜਾ ਕੇ ਮੋਟਰਸਾਈਕਲ ਭਜਾ ਕੇ ਅੱਗੇ ਰੁਕੇ, ਜਾ ਕੇ ਅਸੀਂ ਬੱਸ ਰੋਕ ਲਈ। ਉਹ ਬੱਸ ਦੇ ਵਿੱਚ ਹੀ ਉਹਨਾਂ ਨੂੰ ਕਿਰਪਾਨਾਂ ਡਾਂਗਾ ਮਤਲਬ ਕਿ ਰਾੜਾ ਰੂੜਾ ਮਾਰੀ। ਅੰਦਰ ਹੀ ਉਹਨੂੰ ਅਸੀਂ ਵੀ ਸ਼ੀਸ਼ਾ ਤੇ ਖੋਲਣ, ਬਾਰੀਆਂ ਖੋਲਣ ਨਹੀਂ ਦਿੱਤੀਆਂ ਉਹਨਾਂ ਨੇ। ਕੁੜੀਆਂ ਰੋਣ ਲੱਗ ਗਈਆਂ, ਪਿੱਟਣ ਲੱਗ ਗਏ। ਚਲੋ ਅਸੀਂ ਜਿੰਨੇ ਜੋਗੇ ਸੀ ਉਹਨਾਂ ਨੂੰ ਅੱਗੇ ਬੈਠੇ ਸੀ, ਅਸੀਂ ਅੱਗੇ ਕੁੱਟ ਮਾਰਦਾ ਸੀ। ਗੱਲ ਹੀ 500 ਰੁਪਏ ਪਿੱਛੇ ਅਸੀਂ ਐਵੇਂ ਦਾ ਕੰਮ ਕਰ। ਠੀਕ ਆ ਬਾਈ। ਨਸ਼ੇ 'ਚ ਬੰਦਾ ਏਦਾਂ ਪਾਗਲ ਹੋ ਜਾਂਦਾ। ਕਿਉਂਕਿ ਮੈਂ ਨਸ਼ੇ ਤੇ ਯਾਰ ਲਾਇਆ ਨਹੀਂ। ਤਕਰੀਬਨ ਸਾਰੇ ਮੁੰਡੇ ਲੱਗੇ ਹੁੰਦੇ ਸੀ, ਪਰ ਨਸ਼ੇ ਨਹੀਂ ਵਿੱਚ ਜੀ। ਮੈਂ ਨਸ਼ੇ ਦਾ ਤਸਕਰ ਜਿਵੇਂ ਕਹਿੰਦੇ ਵੀ ਨਸ਼ਾ ਸੀ, ਉਹ ਵੀ ਕਰਨ ਲੱਗੇ ਸੀ। ਸਪਲਾਈ ਜਿਵੇਂ ਕਰਦੇ, ਥੋੜਾ ਟਾਈਮ ਹੀ ਕੀਤਾ ਸੀ ਇਹਨਾਂ ਨੇ, ਟਾਈਮ ਕੀਤਾ। ਨਸ਼ੇ ਤੇ ਲਾਏ ਨਹੀਂ ਮੁੰਡੇ, ਪਹਿਲਾਂ ਹੀ ਲੱਗੇ ਸੀ ਤਕਰੀਬਨ। ਆਪ ਹੀ ਆਪਾਂ ਕਿਸੇ ਨੂੰ ਨਸ਼ੇ ਤੇ ਲਾਇਆ ਨੀ। ਠੀਕ ਆ ਬਾਈ। ਬਾਈ ਉਦੋਂ ਤੁਹਾਡਾ ਕੀ ਨਾਂ ਚੱਲਦਾ ਸੀਗਾ ਜਦੋਂ ਤੁਸੀਂ ਫੁੱਲ ਬਦਮਾਸ਼ੀ ਕਰਦੇ ਸੀਗੇ? ਮੇਰਾ ਵੀਰੇ ਜਿਹੜਾ
ਜਦੋਂ ਮੈਂ ਬਦਮਾਸ਼ੀ ਕਰਦਾ ਹੁੰਦਾ ਸੀ ਵੀਰੇ, ਮੇਰਾ ਨਾਂ ਚੱਲਦਾ ਹੁੰਦਾ ਸੀ ਨਿੱਕੂ ਚੀਮਾ। ਠੀਕ ਆ ਬਾਈ। ਹਾਂਜੀ। ਬਾਈ ਜਦੋਂ ਨਸ਼ਾ ਕਰਦੇ ਸੀਗੇ ਉਦੋਂ ਫਿਰ ਕਿਸ ਜਗ੍ਹਾ ਤੇ ਬਹਿ ਕੇ ਪੀਂਦੇ ਸੀਗੇ ਜਾਂ ਤੁਸੀਂ ਟੀਕੇ ਲਾਉਂਦੇ ਸੀਗੇ? ਵੀ ਜੀ ਤਕਰੀਬਨ ਸਾਡੇ ਨਾ 3-4 ਜਗ੍ਹਾ ਏਦਾਂ ਦੀਆਂ ਸੀ ਵੀ ਜਿਹੜੀਆਂ ਅਸੀਂ ਬਹਿ ਕੇ ਪੀਂਦੇ ਹੁੰਦੇ ਸੀ। 2 ਜਗ੍ਹਾ ਤੇ ਮੇਰੇ ਪਿੰਡ 'ਚ ਸਨ ਵੀ ਜਿੱਥੇ ਮੈਂ ਬਹਿ ਕੇ ਪੀਂਦਾ ਹੁੰਦਾ ਸੀ। ਠੀਕ ਹੈ ਕਿ ਨਹੀਂ? ਤੇ 2 ਜਗ੍ਹਾ ਬਾਹਰ ਸੀ, ਉਹ ਵੀ ਮੈਂ ਤੁਹਾਨੂੰ ਦਿਖਾ ਦਾਂਗਾ। ਤੇ ਉੱਥੇ ਅਸੀਂ ਬਹਿ ਕੇ ਸਾਰੀ ਸਾਰੀ ਰਾਤ ਬੈਠੇ ਰਹਿਣਾ, ਸਾਰਾ ਸਾਰਾ ਦਿਨ ਬੈਠੇ ਰਹਿਣਾ, ਚਿੱਟਾ ਪੀਂਦੇ ਰਹਿੰਦੇ ਸੀ ਅਸੀਂ। ਸਮਾਨ ਲਾਉਂਦੇ ਰਹੇ, ਗਾਂਜਾ ਪੀਂਦੇ ਰਹਿੰਦੇ ਸੀ, ਚਿੱਟਾ ਪੀਂਦੇ ਰਹਿੰਦੇ ਸੀ। ਮਤਲਬ ਵੀ ਭਾਜੀ ਹਰ ਇੱਕ ਨਸ਼ਾ ਕਰਦੇ ਹੁੰਦੇ ਸੀ। ਠੀਕ ਆ ਬਾਈ। ਤੇ ਬਾਈ ਫਿਰ ਹਾਂਜੀ ਟਰਨਿੰਗ ਪੁਆਇੰਟ ਕੀ ਸੀਗਾ ਜਦੋਂ ਤੁਸੀਂ ਹੁਣ ਨਸ਼ੇ ਤੋਂ ਦੂਰ ਹੋ ਗਏ? ਹਾਂਜੀ ਭਾਜੀ, ਟਰਨਿੰਗ ਪੁਆਇੰਟ ਇਹ ਹੈ ਭਾਜੀ, ਜਦੋਂ ਮੈਂ ਨਸ਼ੇ ਦੂਰ ਹੋਇਆ ਮੈਂ ਗਿਆ ਸੀ ਫਤਿਹਗੜ੍ਹ ਸਾਹਿਬ। ਠੀਕ ਆ ਬਾਈ। ਫਤਿਹਗੜ੍ਹ ਸਾਹਿਬ ਕਿਹੜੇ ਗਏ, ਸਾਲ ਦੀ ਘੁੰਮਣ ਦੇ ਗੱਲ ਆ ਲੰਗਰ ਬਾਈ? ਲੈ ਕੇ ਫਤਿਹਗੜ੍ਹ ਸਾਹਿਬ। ਇਹ ਅੱਜ ਤੋਂ 2 ਸਾਲ ਪਹਿਲਾਂ ਹੈ ਭਾਜੀ ਗੱਲ, 2 ਸਾਲ ਪਹਿਲਾਂ ਲਾ ਲਓ ਤੁਸੀਂ। 20 ਹੋਣਾ ਹੈ, 20 ਦੇ ਠੀਕ ਵਿੱਚ 28 ਦਸੰਬਰ ਮੈਂ 25 ਦਸੰਬਰ ਨੂੰ ਭਾਜੀ ਮਤਲਬ ਕਿ ਫੁੱਲ ਚਿੱਟਾ ਪੀਤਾ ਹੋਇਆ ਸੀ। ਠੀਕ ਆ ਜੀ। 25 ਦਸੰਬਰ ਨੂੰ ਫੁੱਲ ਚਿੱਟਾ ਪੀ ਕੇ ਗਿਆ ਸੀ। 26 ਦਸੰਬਰ ਨੂੰ ਤੇ ਅਸੀਂ ਗਏ ਸੀ ਉੱਥੇ 26-27 ਦਸੰਬਰ ਨੂੰ। ਤੇ ਜਾ ਕੇ ਨਾ ਉੱਥੇ ਮੈਂ ਫਤਿਹਗੜ੍ਹ ਸਾਹਿਬ ਜਾ ਰਿਹਾ ਸੀ, ਰਾਹ ਦੇ ਵਿੱਚ ਨਾ ਲੰਗਰ ਲੱਗਦਾ ਭਾਜੀ ਦਸਤਾਰਾਂ ਦਾ। ਦਸਤਾਰਾਂ ਦਾ ਲੰਗਰ ਲੱਗਦਾ ਸੀ ਨਾ, ਮੈਂ ਦਮਾਲਾ ਸਜਵਾਉਣ ਲੱਗ ਗਿਆ ਵੀ ਵੀਰ ਨੇ ਆਵਾਜ਼ ਮਾਰੀ, ਮੈਂ ਦਮਾਲਾ ਸਜਾਉਣ ਲੱਗ ਗਿਆ। ਵੀਰ ਮੈਨੂੰ ਦਮਾਲਾ ਸਜਾ ਰਿਹਾ ਸੀ। ਉਹ ਵੀਰ ਨੇ ਮੈਨੂੰ ਕਿਹਾ, ਕਹਿੰਦਾ ਵੀ ਵੀਰੇ ਵੀ ਕੀ ਫਾਇਦਾ ਆ ਵੀ ਨਸ਼ਾ ਛੱਡ ਦੋ ਇਹਦੇ ਵਿੱਚ। ਮਤਲਬ ਕਿ ਮੈਨੂੰ ਕਹਿੰਦਾ ਵੀਰੇ ਵੀ ਤੁਸੀਂ ਏਡੇ ਸਥਾਨ ਤੇ ਆਏ ਹੋ ਵੀ ਤੁਸੀਂ ਕੇਸ ਰੱਖੋ, ਦਾੜੀਆਂ ਰੱਖੋ, ਵੀ ਇਹਦਾ ਫਾਇਦਾ ਨਹੀਂ। ਚਲੋ ਗੱਲਾਂ ਬਾਤਾਂ ਚੱਲਦੀਆਂ, ਉਹ ਕਹਿੰਦਾ ਵੀਰੇ ਵੀ ਵਚਨ ਕਰੋ ਅੱਜ ਤੋਂ ਬਾਅਦ ਤੁਸੀਂ ਕਦੀ ਕੇਸ ਦਾੜੀਆਂ ਨਹੀਂ ਕਟਾਓਗੇ। ਠੀਕ ਹੈ। ਚਲੋ ਜੀ, ਮੈਂ ਭਾਜੀ ਉਸ ਟਾਈਮ ਮੈਂ ਵਚਨ ਕਰਤਾ ਵੀ ਮੈਂ ਕੇਸ ਦਾੜੀ ਨਹੀਂ ਕਟਾਵਾਂਗਾ। ਰਾਤ ਨੂੰ ਮੈਂ ਜਦੋਂ ਲੰਮਾ ਪਿਆ ਸੁੱਤਾ, ਮਨ ਦੇ ਵਿੱਚ ਸੋਚਿਆ ਵੀ ਚਲੋ ਵੀ ਜੇ ਆਪਾਂ ਕੇਸ ਦਾੜੀ ਰੱਖਣੀ ਆ ਵੀ ਕਿਉਂ ਨਾ ਵੀ ਆਪਾਂ ਅੰਮ੍ਰਿਤ ਵੀ ਛਕ ਲਈਏ। ਮੈਂ ਸਵੇਰੇ ਭਾਜੀ 28 ਦਸੰਬਰ ਨੂੰ 12 ਵਜੇ ਅੰਮ੍ਰਿਤ ਸੰਚਾਰ ਹੁੰਦਾ ਆ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਸੀ। ਉੱਪਰ ਜਾ ਕੇ ਲਾਸਟ ਗੁੰਮਟ ਸਾਹਿਬ ਦੇ ਉੱਪਰ ਜਾ ਕੇ ਅੰਮ੍ਰਿਤ ਸੰਚਾਰ ਹੁੰਦਾ ਆ। ਮੈਂ 10 ਵਜੇ ਜੋਤੀ ਸਰੂਪ ਤੋਂ ਤੁਰਿਆ ਸੀ ਤੇ 12 ਵਜੇ ਜਾ ਕੇ ਉੱਥੇ ਅੰਮ੍ਰਿਤ ਸੰਚਾਰ ਮੈਂ ਕਰ ਲਿਆ ਸੀ 28 ਦਸੰਬਰ। ਤੇ ਅੱਜ ਬਾਬੇ ਦੀ ਕਿਰਪਾ ਨਾਲ ਭਾਜੀ 2 ਸਾਲ ਹੋ ਗਏ ਨੇ, ਤੀਜਾ ਸਾਲ ਲੱਗ ਗਿਆ। ਠੀਕ ਹੈ ਬਾਈ। ਤੇ ਮੈਂ ਹੁਣ ਭਾਜੀ ਆਪਣੇ ਪਰਿਵਾਰ ਵੀ ਪਾਲ ਰਿਹਾ। ਭਾਜੀ ਜਿਹੜੇ ਬੰਦੇ ਕਹਿੰਦੇ ਨੇ ਚਿੱਟਾ ਵਾਲਾ ਬੰਦਾ ਆਪਣਾ ਕੰਮ ਨਹੀਂ ਕਰ ਸਕਦਾ, ਮਿਹਨਤ ਨਹੀਂ ਕਰਦਾ, ਛੱਡ ਨਹੀਂ ਸਕਦਾ, ਭਾਜੀ ਮੈਂ ਇੱਕੋ ਦਮ ਛੱਡਿਆ ਸੀ। ਸਾਰਾ ਕੁਛ ਹੀ ਅੰਮ੍ਰਿਤ ਦੇ ਵਿੱਚ ਬਹੁਤ ਸ਼ਕਤੀ ਹੈ। ਹਾਂ ਜੀ। ਆਪਾਂ ਕਹੀਏ ਨਾ ਅੰਮ੍ਰਿਤ ਛਕ ਕੇ ਹਰੇਕ, ਜੇ ਆਪਾਂ ਨਸ਼ਾ ਛੱਡਣਾ, ਵੇਖੋ ਭਾਜੀ ਬੰਦਾ ਕਹਿੰਦੇ, ਲੋਕੀ ਕਹਿੰਦੇ ਨੇ ਵੀ ਨਸ਼ਾ ਕਰਕੇ ਨਸ਼ਾ ਛੱਡਾਂਗੇ ਤੇ ਮਰ ਜਾਾਂਗੇ। ਹਾਂ ਜੀ। ਪਰ ਭਾਜੀ ਨਸ਼ਾ ਛੱਡ ਕੇ ਕੋਈ ਬੰਦਾ ਮਰਦਾ ਨਹੀਂ ਹੁੰਦਾ, ਨਸ਼ਾ ਕਰਕੇ ਹੀ ਮਰਦਾ ਹੈ। ਅਸੀਂ ਭਾਜੀ ਪਾਗਲਾਂ ਨੂੰ ਤੁਰੇ ਫਿਰਨਾ। ਅੱਜ ਅਸੀਂ ਬਾਬੇ ਦੀ ਕਿਰਪਾ ਨਾਲ 2 ਸਾਲ ਹੋ ਗਏ ਨੇ, ਮੈਂ ਆਪਣਾ ਪਰਿਵਾਰ ਪਾਲ ਰਿਹਾ, ਬੱਚੇ ਪਾਲ ਰਿਹਾ, ਆਪਣਾ ਸ਼ਹਿਰ ਛੱਡਿਆ, ਪਿੰਡ ਛੱਡਿਆ। ਕਿਹਦੇ ਕਰਕੇ? ਇੱਕ ਦਸਤਾਰ ਕਰਕੇ, ਇੱਕ ਭਾਜੀ ਸ੍ਰੀ ਸਾਹਿਬ ਕਰਕੇ। ਠੀਕ ਹੈ। ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਵਧੀਆ ਭਾਜੀ ਆਪਣਾ ਪਰਿਵਾਰ ਪਾਲ ਰਹੇ ਆ, ਮਿਹਨਤ ਕਰ ਰਹੇ ਆ ਤੇ ਆਪਾਂ ਕਰਦੇ ਵੀ ਰਹਾਂਗੇ। ਸਾਰੀ ਉਮਰ ਇਹੀ ਹੈ ਵੀ ਇਸ ਦਸਤਾਰ ਨੂੰ ਤੇ ਸ੍ਰੀ ਸਾਹਿਬ ਨੂੰ ਲਾਜ ਨਾ ਲੱਗੇ। ਤੇ ਇੱਕ ਬੰਦੇ ਜਿਹੜੇ ਕਹਿੰਦੇ ਨੇ ਵੀ ਚਿੱਟੇ ਵਾਲੇ ਬੰਦਾ ਕੰਮ ਨਹੀਂ ਕਰ ਸਕਦਾ, ਭਾਜੀ ਸਭ ਕੁਝ ਹੋ ਜਾਂਦਾ ਤੁਹਾਡੇ ਸਾਹਮਣੇ ਆ। ਮਿਹਨਤ ਵੀ ਕਰਦਾ, ਆਪਣਾ ਪਰਿਵਾਰ ਵੀ ਪਾਲਦੇ ਆ। ਚਿੱਟੇ ਵਾਲਾ ਬੰਦਾ ਸਭ ਕੁਝ ਕਰ ਸਕਦਾ, ਇਹ ਨਾ ਸੋਚੋ। ਪਰ ਇੱਕ ਜਿਹੜਾ ਬੰਦਾ ਚਿੱਟਾ ਛੱਡ ਜਾਂਦਾ, ਉਸ ਬੰਦੇ ਨੂੰ ਚੰਗੀ ਤਰ੍ਹਾਂ ਮਤਲਬ ਕਿ ਭਾਜੀ ਜਦੋਂ ਮੈਂ ਅੰਮ੍ਰਿਤ ਛਕ ਕੇ ਆਇਆ ਸੀ ਨਾ, ਠੀਕ ਹੈ। ਲੋਕੀ ਮੇਰੇ ਵੱਲ ਤਾੜੀਆਂ ਮਾਰ ਮਾਰ ਕੇ ਹੱਸਦੇ ਸੀ, ਕਹਿੰਦੇ ਬਾਈ ਇਹਨੇ 10 ਦਿਨ ਨਹੀਂ ਕੱਢਣੇ। ਠੀਕ ਹੈ। ਕਿ ਲੋਕੀ ਮਨ ਤੋੜ ਦਿੰਦੇ ਆ ਬੰਦੇ ਦਾ। ਜਿਹੜਾ ਹਾਂ ਜੀ। ਬੰਦਾ ਨਸ਼ਾ ਛੱਡਦਾ ਹੈ, ਕੋਈ ਚੰਗੇ ਪਾਸੇ ਜਾਂਦਾ ਹੈ, ਉਹ ਬੰਦੇ ਲੋਕੀ ਉਸ ਬੰਦੇ ਨੂੰ ਉਸ ਰਾਹ ਤੇ ਨਹੀਂ ਜਾਣਦੇ ਲੋਕ। ਪਰ ਹਾਂ। ਜਿਹੜਾ ਬੰਦਾ ਨਸ਼ਾ ਛੱਡ ਕੇ ਆਪਣੇ ਘਰ ਵਾਪਸ ਆ ਰਿਹਾ ਨਾ, ਉਹ ਵੀਰੇ ਉਹਦਾ ਸਤਿਕਾਰ ਕਰੋ, ਇੱਜ਼ਤ ਕਰੋ, ਉਹ ਤਾਂ ਹੀ ਨਸ਼ਾ ਛੱਡੇਗਾ। ਹਾਂ ਜੀ। ਪਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਾਈ ਜੀ ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ, ਮਹਾਰਾਜ ਸਾਡੇ ਨਾਲ ਸੀ, ਗੁਰੂ ਸਾਹਿਬ ਨਾਲ ਸੀ। ਅੱਜ 2 ਸਾਲ ਹੋ ਗਏ ਨੇ, ਤੀਜਾ ਸਾਲ ਚੜ ਗਿਆ ਤੇ ਬਹੁਤ ਸੋਹਣਾ ਮਤਲਬ ਕਿ ਟਾਈਮ ਲੰਘ ਰਿਹਾ ਬਾਈ। ਠੀਕ ਆ ਬਹੁਤ ਜੀ। ਕਿਰਪਾ ਹੈ ਮਹਾਰਾਜ ਦੀ ਪਾਤਸ਼ਾਹ ਦੀ। ਤੇ ਅੱਜ ਕੱਲ ਬਾਈ ਜੀ ਕੀ ਕਰਦੇ ਹੋਣਾ? ਭਾਜੀ ਮੈਂ ਅੱਜ ਕੱਲ ਡਰਾਈਵਰੀ ਕਰਦਾ ਪਿਆ ਜੀ, ਗੱਡੀ ਚਲਾ ਰਿਹਾ ਜੀ। ਭਾਜੀ ਦੇਖੋ ਜਦੋਂ ਬੰਦਾ ਚਿੱਟਾ ਪੀਂਦਾ ਹੁੰਦਾ, ਚਿੱਟੇ ਵਾਲੇ ਬੰਦੇ ਨੂੰ ਮੈਂ ਕਹਿੰਦਾ ਕੋਈ ਮੋਟਰਸਾਈਕਲ ਦੀ ਚਾਬੀ ਕੀ ਗੱਡੀ ਦੀ ਚਾਬੀ ਨਹੀਂ ਦਿੰਦਾ। ਅੱਜ ਕੱਲ ਸੱਚੇ ਪਾਤਸ਼ਾਹ, ਜਦੋਂ ਮੈਂ ਲੁਧਿਆਣੇ ਦੇ ਵਿੱਚ ਗਿਆ ਸੀ ਭਾਜੀ, ਦੇਖੋ ਮਹਾਰਾਜ ਆਪ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਤੁਸੀਂ ਕਿਸੇ ਵੀ ਇੱਕ ਪੈਰ ਪੱਟੋਗੇ, ਮਹਾਰਾਜ ਤੁਹਾਡੇ ਵੱਲ 2 ਪੱਟੂਗਾ। ਮੈਂ ਤੁਹਾਨੂੰ ਹੁਣ ਗੱਲ ਦੱਸਦਾ ਵੀ ਜੇ ਆਪਾਂ ਮਿਹਨਤ ਵਾਲੀ ਗੱਲ ਕਰੀਏ, ਮੈਂ ਲੁਧਿਆਣੇ 'ਚ ਗਿਆ ਸੀ, ਮੈਨੂੰ ਇੱਕ ਰਾਹ ਦਾ ਨਹੀਂ ਸੀ ਪਤਾ ਭਾਜੀ। ਜਦੋਂ ਮੈਂ ਅੰਮ੍ਰਿਤ ਛਕ ਕੇ ਉੱਥੇ ਗਿਆ, ਕੰਮ ਕਰਨ ਵਾਸਤੇ ਗਿਆ, ਮਿਹਨਤ ਜੋਬ ਕਰਨ ਵਾਸਤੇ ਗਿਆ, ਜਦੋਂ ਮੈਂ ਦੇਖਿਆ ਵੀ ਮੇਰੇ ਕੋਲ ਜੋਬ, ਮੈਂ ਗੱਡੀ ਹੀ ਚਲਾਉਣੀ ਹੁੰਦੀ, ਮੈਂ ਗੱਡੀ ਚਲਾਉਣ ਲੱਗ ਗਿਆ, ਛੋਟੀ ਕਾਰ।
ਮੈਂ ਜਦੋਂ ਗੱਡੀ ਕਾਰ ਚਲਾਉਣ ਲੱਗਿਆ, ਮੈਨੂੰ ਭਾਜੀ ਤੁਸੀਂ ਮੰਨੋਗੇ ਵੀ ਮੈਂ ਲੋਕਡਾਊਨ ਦੇ ਵਿੱਚ ਵੀ ਮਹਾਰਾਜ ਨੇ ਮੇਰੀ ਬਾਹ ਫੜੀ ਰੱਖੀ। ਮੈਂ ਲੋਕਡਾਊਨ ਦੇ ਵਿੱਚ ਵੀ ਕੰਮ ਕਰਦਾ ਰਿਹਾ। ਠੀਕ 17,000 ਰੁਪਇਆ ਮੈਂ ਉਦੋਂ ਵੀ ਕਮਾਉਂਦਾ ਰਿਹਾ। ਠੀਕ ਆ ਜੀ। ਮੈਨੂੰ ਕੁਛ ਨਹੀਂ ਸੀ ਪਤਾ ਲੁਧਿਆਣੇ ਦਾ, ਜਦੋਂ ਮੈਂ ਗਿਆ ਮੈਨੂੰ ਇੱਕ ਰਾਹ ਦਾ ਨਹੀਂ ਸੀ ਪਤਾ। ਪਰ ਭਾਜੀ ਜਦੋਂ ਮਹਾਰਾਜ ਨਾਲ ਆਪਾਂ ਜੁੜਦੇ ਹਾਂ, ਮਹਾਰਾਜ ਤੋਂ ਤੁਸੀਂ ਇੱਕ ਪੈਰ ਪੱਟੋਗੇ, ਮਹਾਰਾਜ ਦੋ ਪੱਟੋਗੇ ਵੀ ਤੁਸੀਂ ਮੇਰੇ ਨਾਲ ਜੁੜੋ, ਸਾਡੇ ਵੱਲ ਆਓ। ਉਹਨੇ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਵੀ ਮੈਂ ਦੇਖੋ ਉੱਥੇ ਜਦੋਂ ਗਿਆ ਨਾ, ਮੈਨੂੰ ਕੁਛ ਨਹੀਂ ਸੀ ਪਤਾ ਰਾਹ ਦਾ, ਕਿਸੇ ਚੀਜ਼ ਦਾ ਨਹੀਂ ਸੀ ਪਤਾ। ਇੱਕ ਜਦੋਂ ਆਪਾਂ ਭਾਜੀ ਜਦੋਂ ਆਪਾਂ ਕਿਸੇ ਨਵੇਂ ਸ਼ਹਿਰ 'ਚ ਜਾਂਦੇ ਹਾਂ, ਆਪਾਂ ਨੂੰ ਕੁਛ ਪਤਾ ਨਹੀਂ ਹੁੰਦਾ ਹਾਂ ਜੀ। ਕਿ ਨਵਾਂ ਜਗ੍ਹਾ ਤੇ ਜਾਵਾਂਗੇ ਕੀ ਤੇ ਪਤਾ ਹੋਊਗਾ। ਔਖਾ ਨਹੀਂ ਲੱਗਿਆ ਬਾਈ ਫਿਰ ਗੱਡੀ ਚਲਾਉਣ ਵੇਲੇ, ਫਿਰ ਜਦੋਂ ਰਾਹਾਂ ਦਾ ਨਹੀਂ ਸੀ ਪਤਾ? ਨਹੀਂ 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 ਭਾਜੀ, ਦੱਸਾਂ ਗੱਲ ਕੀ ਸੀ, ਜਿੱਥੇ ਮੈਂ ਸ਼ੁਰੂ ਤੋਂ ਮਹਾਰਾਜ ਮਤਲਬ ਦੱਸੀ ਨਾ, ਮਹਾਰਾਜ ਸਭ ਕੁਝ ਕਰਾਉਂਦਾ ਹੈ। ਉਹ ਹਾਂ ਕੰਪਨੀ ਜਦੋਂ ਮੈਂ ਜਾਂਦਾ ਸੀ ਨਾ, ਉਹ ਕੰਪਨੀ ਸਿਰਫ ਉਸ ਬੰਦੇ ਨੂੰ, ਹਾਰਟੈਕਸ ਕੰਪਨੀ ਸੀ, ਉਹ ਬੰਦੇ ਦਾ MD ਸੀ ਹਾਰਟੈਕਸ ਕੰਪਨੀ ਦਾ। ਮੈਂ ਸਿਰਫ ਉਹਨੂੰ ਆਪਣੇ ਘਰ ਤੋਂ ਫੈਕਟਰੀ ਤੱਕ, ਫੈਕਟਰੀ ਨੂੰ ਘਰ, ਔਰ ਥੋੜਾ ਬਹੁਤਾ ਜਿਵੇਂ ਉਹਨਾਂ ਦੀ ਵਾਈਫ ਸੀ ਕਿਤੇ ਇੱਧਰ ਉੱਧਰ ਜਾਣਾ, ਕਈ ਵਾਰੀ ਨਹੀਂ ਸੀ ਜਾਂਦੇ, ਉਹਨਾਂ ਨਾਲ ਜਾਣਾ, ਉਹਨਾਂ ਨੇ ਮੈਨੂੰ ਰਾਹ ਦੱਸ ਦੇਣਾ। ਪਰ ਗੱਲ ਇਹ ਕੀ ਸੀ ਵੀ ਮਤਲਬ ਇਹ ਹੈ ਕਿ ਮਹਾਰਾਜ ਹੱਥ ਫੜਦਾ ਆ ਹਾਂ ਜੇ ਜੀ। ਆਪਾਂ ਉਹਦੇ ਨਾਲ ਜੁੜਾਂਗੇ ਨਾ ਸੱਚੇ ਪਾਤਸ਼ਾਹ ਨਾਲ। ਹਾਂ ਅੱਜ ਭਾਜੀ ਮੈਨੂੰ ਕੱਲੀ ਕੱਲੀ ਗਲੀ ਦਾ ਪਤਾ ਲੱਗ ਗਿਆ। ਅੱਜ ਮੇਰੀ ਵੈਲਿਊ ਹੈ, ਵੈਲਿਊ ਕਿਹਦੀ? ਮੇਰੀ ਨਹੀਂ, ਹਾਂ ਇਹ ਜੀ। ਸਰਦਾਰੀ ਦੀ ਵੈਲਿਊ। ਹਾਂ ਜੀ। ਭਾਜੀ ਮੈਨੂੰ ਮੰਨੋਗੇ ਤੁਸੀਂ ਵੀ ਹਰ ਚੀਜ਼ ਤੇ ਵਿਸ਼ਵਾਸ ਕਰਦੇ ਨੇ, ਹਰ ਚੀਜ਼ ਤੇ ਵਿਸ਼ਵਾਸ ਕਰਦੇ ਨੇ। ਮੈਂ ਕਹਿੰਦਾ ਸਾਰਾ ਗੱਡੀ ਦੇ ਵਿੱਚ ਪਿਆਰ, ਸਭ ਕੁਝ ਪਿਆਰ ਰਹਿੰਦਾ ਆ। ਵਿਸ਼ਵਾਸ ਕਰਦੇ ਨੇ, ਇੱਕ ਵਿਸ਼ਵਾਸ ਹੈ। ਇਹਦੇ ਮੇਰੇ ਤੇ ਨਹੀਂ ਵਿਸ਼ਵਾਸ ਹੈਗਾ ਉਹ ਸਰਦਾਰੀ ਹਾਂ ਤੇ। ਜੇ ਜੀ। ਮੈਂ ਉਹੀ ਚਿੱਟੇ ਵਾਲਾ ਬੰਦਾ ਹੁੰਦਾ, ਪਹਿਲਾਂ ਵਰਗਾ ਹੁੰਦਾ, ਮੈਨੂੰ ਕਿਸੇ ਨੇ ਭਾਜੀ ਹੁਣ ਮੇਰੇ ਕੋਲ, ਸਾਡੇ ਕੋਲ ਉੱਥੇ ਮੈਂ ਮਹਾਰਾਜ ਵੇਖੋ ਕਿਹੜੀ ਕਿਹੜੀ ਗੱਡੀਆਂ 'ਚ ਬਿਠਾ ਦਿੰਦੇ ਨੇ। ਜਦੋਂ ਆਪਾਂ ਮੈਨੂੰ ਭਾਜੀ ਇਸ ਟਾਈਮ ਮੈਂ ਲੈਂਡ ਕਰੂਜ਼ਰ ਗੱਡੀ ਚਲਾਉਂਦਾ, ਲੈਂਡ ਕਰੂਜ਼ਰ, ਠੀਕ ਹੈ। ਜੈਗਵਾਰ, ਕਰੇਟਾ, ਮਤਲਬ ਬਹੁਤ ਬਹੁਤ ਸੋਹਣੀਆਂ ਗੱਡੀਆਂ 'ਚ ਬੈਠਾ। ਮਰਸਡੀਆਂ ਦੇ ਵਿੱਚ ਵੀ ਮਹਾਰਾਜ ਨੇ ਮੈਨੂੰ ਬਿਠਾਤਾ ਜਦੋਂ ਮੈਂ ਅੰਮ੍ਰਿਤ ਛਕ ਲਿਆ। ਠੀਕ ਆ ਬਈ। ਤੇ ਮਾਲਕਾਂ ਨੂੰ ਪਤਾ ਬਾਈ ਤੁਹਾਡੀ ਪਹਿਲਾਂ ਦੀ ਜ਼ਿੰਦਗੀ ਬਾਰੇ? ਹਾਂਜੀ, ਮਾਲਕਾਂ ਨੂੰ ਮੈਂ ਦੱਸਿਆ ਹੋਇਆ ਹੈ। ਪਹਿਲਾਂ ਮਾਲਕ ਨੂੰ ਮੈਂ ਦੱਸਿਆ, ਕਿਉਂਕਿ ਮੈਂ ਜਿੱਥੇ ਵੀ ਲੱਗਿਆ ਮੈਂ ਪਹਿਲਾਂ ਦੱਸ ਕੇ ਦੱਸਦਾ ਸੀ ਵੀ ਮੈਂ ਪਹਿਲਾਂ ਇਹ ਕੰਮ ਕਰਦਾ ਹੁੰਦਾ ਸੀ ਜੀ, ਵੀ ਮੈਂ ਲੜਾਈਆਂ ਪੜਾਈਆਂ ਵੀ ਕਰਦਾ ਸੀ, ਨਸ਼ੇ ਪੱਤੇ ਵੀ ਕਰਦਾ ਸੀ, ਪਰ ਹੁਣ ਮੈਂ ਮਾਰਨ। ਉਹ ਕਹਿੰਦੇ ਸੀ ਜਿਹੜਾ ਤੂੰ ਹੁਣ ਸਰੂਪ ਪਾਇਆ ਹੋਇਆ ਨਾ, ਸਾਨੂੰ ਇਹਦੇ ਤੇ ਵਿਸ਼ਵਾਸ ਹੈ ਵੀ ਜਿਹੜਾ ਬੰਦਾ ਇਹ ਸਰੂਪ ਪਾ ਕੇ ਕਦੀ ਇਹ ਬੰਦਾ ਇਹ ਧੋਖਾ ਨਹੀਂ ਦੇ ਸਕਦਾ। ਹਾਂ ਜੀ। ਕਿਉਂਕਿ ਮੇਰੇ ਤੇ ਉਹਨਾਂ ਨੇ, ਵੀ ਮੈਂ ਨਹੀਂ ਕਹਿੰਦਾ ਵੀ ਮੇਰੇ ਤੇ ਉਹਨਾਂ ਮੇਰੇ ਤੇ ਕੋਈ ਇੰਟਰਸਟ ਨਹੀਂ ਕੀਤਾ, ਉਹਨਾਂ ਨੇ ਹਾਂ ਇੰਟਰਸਟ ਜੀ। ਸਿਰਫ ਕੀਤਾ ਸਰਦਾਰੀ ਤੇ ਸ੍ਰੀ ਸਾਹਿਬ। ਮੈਨੂੰ ਨਹੀਂ ਜਾਣਦੇ ਹੋ ਕਿ ਮੇਨ ਗੱਲ ਹੈ ਵੀ ਸਰਦਾਰੀ ਦੀ ਬਹੁਤ ਵੱਡੀ ਵੈਲਿਊ ਹੈ ਤੇ ਹਾਂ ਜੀ। ਇਹਨੂੰ ਆਪਾਂ ਲਾਜ਼ਮੀ ਨਹੀਂ ਲਾਣੀ ਕਦੇ। ਹਮੇਸ਼ਾ ਏਦਾਂ ਹੀ ਰਵਾਂਗੇ, ਮਿਹਨਤ ਕਰਾਂਗੇ, ਪਰਿਵਾਰ ਪਾਲਾਂਗੇ। ਹੁਣ ਸੱਚੇ ਪਾਤਸ਼ਾਹ ਕਿਰਪਾ ਨਾਲ ਪਹਿਲਾਂ ਕੁੜੀਆਂ ਸੀ, ਹੁਣ ਮਹਾਰਾਜ ਦੇ ਵੱਲ ਜੁੜੇ ਆ। ਹੁਣ ਸੱਚੇ ਪਾਤਸ਼ਾਹ ਕਿਰਪਾ ਨਾਲ ਬੇਟਾ ਵੀ ਦਿੱਤਾ ਮਹਾਰਾਜ ਨੇ, 2 ਮਹੀਨੇ ਹੋ ਗਏ ਨੇ ਠੀਕ ਆ ਤੇ ਬਈ। ਤੀਜੇ ਮਹੀਨੇ ਹੋ ਗਏ, ਚੌਥਾ ਮਹੀਨਾ ਲੱਗੇ। ਠੀਕ। ਪਰਿਵਾਰ ਬਹੁਤ ਖੁਸ਼ ਹੈ। ਪਹਿਲਾਂ ਸਾਡੇ ਪਰਿਵਾਰ ਦੇ ਵਿੱਚ ਲੜਾਈਆਂ ਪੜਾਈਆਂ, ਤੀਜੇ ਦਿਨ ਆਪਣੀ ਵਾਈਫ ਕੁੱਟ ਦੇਣੀ, ਦਾਰੂ ਪੀਣੀ ਡੇਲੀ। ਭਾਜੀ ਮੈਂ ਦਾਰੂ ਵੀ ਪੀਣੀ ਕਰਨੀ, ਦਾਰੂ ਠੀਕ ਵੀ ਆ। ਪੀਂਦੇ ਸੀ, ਮੀਟ ਵੀ ਖਾਂਦੇ ਸੀ, ਹਰ ਇੱਕ ਨਸ਼ਾ ਕਰ ਦਿੰਦੇ ਸੀ ਘਰੇ ਵੀ ਪਰਿਵਾਰ ਦੇ ਲੜਾਈ ਵਿੱਚ। ਰਹਿੰਦੀ ਸੀ ਮੈਂ ਬਾਈ ਇਹ ਫਿਰ? ਵੀ ਗੱਲ ਦੱਸਣਾ ਚਾਹੁੰਦਾ। ਹਾਂਜੀ, ਘਰੇ ਵੀ ਲੜਾਈ ਰਹਿੰਦੀ ਸੀਗੀ? ਮੇਰੇ ਘਰ 'ਚ ਵੀ ਲੜਾਈ ਰਹਿੰਦੀ ਸੀ ਯਾਰ। ਹਾਂਜੀ ਹਾਂਜੀ, ਮੇਰੇ ਘਰ ਮੇਰੀ ਵਾਈਫ ਨਾਲ ਲੜਾਈ ਰਹਿੰਦੀ ਸੀ। ਮੇਰੀ ਵਾਈਫ ਮੇਰੇ ਨਾਲ ਲੜ ਕੇ ਵੀ ਗਈ ਸੀ 1-2 ਵਾਰੀ। ਉਹਨਾਂ ਨੇ ਮੈਨੂੰ ਨਸ਼ੇ ਕਰਦੇ ਵੇਖਿਆ, ਮੇਰੀ ਵਾਈਫ ਵੀ ਮੇਰੇ ਨਾਲ ਲੜਦੀ ਹੁੰਦੀ ਸੀ। ਕਿਉਂਕਿ ਯਾਰ ਨਸ਼ੇ ਦੇ ਵਿੱਚ ਬੰਦਾ ਪਾਗਲ ਹੋ ਜਾਂਦਾ ਹੈ। ਹਾਂ ਜੀ। ਭਾਜੀ ਮੈਂ ਹੁਣ 2 ਸਾਲ ਹੋ ਗਏ ਨੇ ਜਦੋਂ ਅੰਮ੍ਰਿਤ ਛਕਿਆ, ਮੈਂ ਅੱਜ ਤੱਕ ਉਹਨਾਂ ਨੂੰ ਕਦੀ ਏਦਾਂ ਨਹੀਂ ਕੀਤਾ ਟੱਚ, ਮਤਲਬ ਕਿ ਥੱਪੜ ਤੱਕ ਨਹੀਂ ਮਾਰੇ। ਤੇ ਮੈਂ ਉਹਨਾਂ ਨੂੰ ਨਸ਼ੇ ਦੇ ਵਿੱਚ ਕਈ ਵਾਰੀ ਉਹਨਾਂ ਨੂੰ ਮੈਂ ਕੁੱਟਿਆ, ਹੱਥ ਵੀ ਚੱਕਿਆ। ਇੱਥੋਂ ਤੱਕ ਮੈਂ ਆਪਣੀ ਮਾਤਾ ਤੇ ਵੀ ਹੱਥ ਚੱਕਿਆ, ਆਪਣੀ ਮੰਮੀ ਦੇ ਵੀ ਮੈਂ ਹੱਥ ਚੱਕਿਆ। ਉਹਨਾਂ ਦੇ ਮੈਂ ਇੱਕ ਵਾਰੀ ਗੱਲ ਚੇਤਾ ਆ, ਪਤਾ ਕੀ ਗੱਲ, ਉਹਨੇ ਅੱਖ ਤੇ ਉਹਨਾਂ ਦੇ ਮੈਂ ਥੱਪੜ ਮਾਰ ਕੇ ਨੀਲ ਪਾਤਾ ਸੀ ਆਪਣੀ ਮਾਂ। ਠੀਕ ਆ। ਮੈਂ ਹੁਣ ਉਸ ਵੇਲੇ ਨੂੰ ਪਛਤਾਨਾ ਵੀ ਆਪਣੀ ਮਾਵਾਂ ਤੇ ਵੀ ਅਸੀਂ ਹੱਥ ਚੱਕਦੇ ਹਾਂ ਨਸ਼ੇ ਕਰਕੇ, ਚਿੱਟਾ ਹਾਂ ਪੀ ਕੇ। ਆਪਣੇ ਬਾਪੂ ਤੇ ਵੀ ਹੱਥ ਚੱਕਿਆ, ਮੈਂ ਆਪਣੀ ਮਾਤਾ ਤੇ ਵੀ ਹੱਥ ਚੱਕਿਆ। ਯਾਰ ਭਾਜੀ ਮੈਂ ਸੱਚ ਗੱਲ ਕਰਦਾ, ਮੇਰਾ ਵੀਰ ਬਣ ਕੇ, ਜਿਹੜਾ ਜੋ ਵੀ ਗੱਲ ਹੈ ਮੈਂ ਇਹ ਕਹਿਣਾ ਵੀ ਬਾਈ ਇਹ ਨਸ਼ੇ ਨੂੰ ਕਿਤੇ ਛੱਡ ਕੇ ਆਪਾਂ ਸੁਧਰ ਸਕਦੇ ਹਾਂ। ਜੇ ਬੰਦਾ ਕਵੇ ਵੀ ਨਹੀਂ ਅਸੀਂ ਸੁਧਰ ਨਹੀਂ ਸਕਦੇ, ਏਦਾਂ ਦਾ, ਹਰ ਇੱਕ ਬੰਦਾ ਸੁਧਰ ਸਕਦਾ ਹੈ। ਹਾਂ ਜੀ। ਕਈ ਬੰਦੇ ਹੁਣ ਨੈਗੇਟਿਵ, ਮੈਂ ਹੁਣ ਇੰਟਰਵਿਊ ਕਈ ਬੰਦੇ ਮੈਨੂੰ ਕਮੈਂਟ ਕਰਦੇ ਸੀ ਬਾਈ 2 ਸਾਲਾਂ ਦੇ ਵਿੱਚ। ਬਾਈ ਮੇਰੀ ਗੱਲ ਸੁਣੋ, ਹਾਂ ਜੀ ਬਾਈ, ਹਰ ਇੱਕ ਤੁਹਾਡਾ ਚੀਜ਼। ਇੱਕ ਸਵਾਲ ਵੀ ਆਇਆ ਸੀ ਤੁਹਾਡਾ ਕਮੈਂਟਾਂ ਦੇ ਵਿੱਚ ਵੀ ਤੁਹਾਡੀ ਜਿਹੜੀ ਦਾੜੀ ਆ ਉਹ ਹਾਂਜੀ ਭਾਜੀ, ਛੋਟੀ ਆ। ਜਿਹੜਾ ਮੇਰਾ ਦਾੜਾ ਪ੍ਰਕਾਸ਼ ਸਾਹਿਬ ਨੇ, ਇਹ ਮੈਨੂੰ ਛੋਟੀ ਆਈ ਹੈ ਭਾਜੀ। ਕਿਉਂਕਿ ਹਾਂ ਜੀ। ਜਦੋਂ ਆਪਾਂ ਨਸ਼ੇ ਕਰਦੇ ਹੁੰਦੇ ਆ ਨਾ, ਨਸ਼ੇ ਦੇ ਵਿੱਚ ਬੰਦੇ ਦੇ ਜਿਹੜੇ ਅੰਦਰ ਹੁੰਦੇ ਨੇ, ਦਾੜੀ ਘਟ ਜਾਂਦੀ ਬਾਈ, ਦਾੜੀ ਘੱਟ ਆਉਂਦੀ ਹੈ। ਮੇਰੇ ਹਾਂ। ਦੇਖੋ ਭਾਜੀ, ਜਿੰਨੀ ਕੁ ਦਾੜੀ ਆਈ ਹੈ 2 ਸਾਲ ਦੇ ਵਿੱਚ, ਇੰਨੀ ਕੁ ਹੀ ਆਈ ਹੈ। ਠੀਕ। ਤੇ ਬਾਕੀ ਜਦੋਂ ਭਾਜੀ ਉਸ ਟਾਈਮ ਮੇਰਾ ਜਦੋਂ ਇੰਟਰਵਿਊ ਹੋਇਆ ਸੀ ਨਾ, ਉਹ ਦਾੜੀ ਮੈਂ ਉਸ ਟਾਈਮ, ਜਦੋਂ ਆਪਾਂ ਸਿਰ ਹੁੰਦੇ ਆਪਾਂ ਦਾੜੀ ਨਾ ਏਦਾਂ ਕਰਕੇ ਕਈ ਵਾਰੀ ਆਪਾਂ ਬੰਨ੍ਹ ਦਿੰਦੇ ਨੇ ਏਦਾਂ ਉੱਪਰ। ਹਾਂ ਯਾਰ।
ਮੇਰੀ ਦਾੜੀ ਵੱਜੀ ਹੋਈ ਸੀ ਉੱਪਰ ਏਦਾਂ। ਠੀਕ ਆ ਬਾਈ। ਮੈਂ ਉੱਪਰ ਬੰਨ ਦੇਣਾ, ਕੋਈ ਜੇ ਪੰਜਾਬ ਹੁੰਦਾ ਆ ਉਦੋਂ ਮੈਂ ਠਾਠੀਆ ਸਾਹਿਬ ਬੰਨ ਦੇਣਾ, ਉੱਪਰ ਬੰਨ ਲੈਂਦੀ ਹੈ ਹਨਾ, ਉਹ ਏਦਾਂ ਜੁੜੀ ਹੋਈ ਸੀ ਦਾੜੀ ਮੇਰੀ। ਠੀਕ ਹੈ ਹੁਣ ਜੀ। ਮੇਰੇ ਦਾੜਾ ਪ੍ਰਕਾਸ਼ ਸਾਹਿਬ ਏਦਾਂ ਦੇਖੋ ਹਨਾ। ਹਾਂ ਜੀ। ਤੁਹਾਨੂੰ ਮੈਂ ਅੱਜ ਗੱਲ ਦੱਸਦਾ, ਮੇਰਾ ਮੇਨ ਮਕਸਦ ਇਹ ਹੈ ਵੀ ਜਿਹੜੇ ਬੰਦੇ ਚਿੱਟਾ ਪੀਂਦੇ ਨਾ, ਆਪਣੇ ਯਾਰ ਛੱਡ ਦੇਣ ਯਾਰ, ਆਪਣੇ ਘਰ ਆ ਜਾਣ ਵਾਪਸ। ਹਾਂ ਜੀ। ਚਿੱਟਾ ਛੱਡੇ, ਲੋਕੀ ਛੱਡਦੇ ਦੱਸਾਂ ਕਿਉਂ ਨਹੀਂ? ਜੇ ਛੱਡਤਾ ਮਰ ਜਾਗੇ ਯਾਰ। ਹਾਂ ਜੀ। ਕਈ ਲੋਕ ਤਾਂ ਨਹੀਂ ਛੱਡਦੇ। ਜੇ ਸਾਡੇ ਵੱਲ ਦੇਖ ਕੇ ਕਿਸੇ ਬੰਦੇ ਨੂੰ ਮੋਟੀਵੇਸ਼ਨ ਮਿਲੇ, ਅਗਲਾ ਕਹਿੰਦਾ ਯਾਰ ਜੇ ਉਹ ਛੱਡ ਸਕਦਾ ਅਸੀਂ ਵੀ ਛੱਡ ਸਕਦੇ ਹਾਂ। ਹਾਂ ਜੀ। ਮੇਰੇ ਵੱਲ ਵੇਖ ਕੇ ਕਈ ਮਿੱਤਰ ਮੇਰੇ ਏਦਾਂ ਦੇ ਜਿਹਨਾਂ ਨੇ ਨਸ਼ਾ ਛੱਡਤਾ ਬਈ, ਅਗਲਾ ਕਹਿੰਦਾ ਜੀ ਉਹ ਛੱਡ ਸਕਦਾ ਅਸੀਂ ਵੀ ਛੱਡ ਸਕਦੇ। ਹਾਂ ਜੀ। ਕਈ ਮੁੰਡੇ ਮੇਰੇ ਨਾਲ ਦੇ ਸੁਧਰ ਗਏ ਨੇ ਬਈ। ਕਿੰਨੇ ਕੁ ਮੁੰਡੇ ਬਾਈ ਨਸ਼ਾ ਛੱਡ ਕੇ ਤੁਹਾਨੂੰ ਦੇਖ ਕੇ? ਬਈ ਮੈਨੂੰ ਦੇਖ ਕੇ ਤਕਰੀਬਨ ਬਹੁਤ ਮੁੰਡੇ ਨਸ਼ਾ ਛੱਡ ਗਏ ਨੇ, ਘੱਟੋ ਘੱਟ ਨਾ ਕਰਦੇ ਵੀ ਜਿਹੜੇ ਮੇਰੇ ਨਾਲ ਦੇ ਸੀ, ਮੇਰੇ ਨਾਲ ਦੇ ਜਿਹੜੇ ਰਹਿੰਦੇ ਸੀ 5-7 ਮੁੰਡੇ ਤਾਂ ਉਹੀ ਛੱਡ ਗਏ ਨਸ਼ਾ। ਠੀਕ ਆ ਬਾਈ। ਬਾਕੀ ਹੋਰ ਮੁੰਡੇ ਬਹੁਤ ਮੁੰਡੇ ਵੇਖ ਕੇ ਮੈਨੂੰ, ਬਹੁਤ ਮੁੰਡਿਆਂ ਨੇ ਵੇਖ ਕੇ ਨਸ਼ਾ ਛੱਡਿਆ ਬਾਈ। ਅਗਲੇ ਕਹਿੰਦੇ ਬਾਈ ਜੇ ਤੂੰ ਸੁਧਰ ਸਕਦਾ ਅਸੀਂ ਵੀ ਸੁਧਰ ਜਾ। ਠੀਕ ਆ ਬਾਈ, ਕੋਈ ਹੋਰ ਗੱਲ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋਗੇ? ਬਸ ਠੀਕ ਹੈ ਭਾਜੀ, ਬਾਕੀ ਜੋ ਵੀ ਹੋਈ ਗੱਲ ਆਪਾਂ ਫਿਰ ਵਧੀਆ। ਬਸ ਇਹੀ ਕਹਿਣਾ ਚਾਹੁੰਦਾ, ਲਾਸਟ ਮੇਰਾ ਮੈਸੇਜ ਇਹੀ ਹੈ ਸਾਰੇ ਵੀਰਾਂ ਨੂੰ ਤੇ ਭਰਾਵਾਂ ਨੂੰ ਵੀ ਵੀਰੋ ਪਲੀਜ਼ ਨਸ਼ਾ ਛੱਡ ਦਿਓ। ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਨਸ਼ੇ ਦੇ ਵਿੱਚ ਕੁਝ ਨਹੀਂ ਪਿਆ। ਘਰਾਂ ਦੇ ਘਰ ਉੱਜੜ ਗਏ ਨੇ, ਲੋਕਾਂ ਦੀਆਂ ਮਾਵਾਂ, ਲੋਕਾਂ ਦੇ ਪਿਓ ਰੋਂਦੇ ਨੇ, ਪਿੱਟਦੇ ਨੇ ਵੀ ਸਾਡੇ ਬੱਚੇ। ਜਿਹੜੇ ਇੱਕ ਗੱਲ ਹੋਰ, ਜਿਹੜੇ ਵੇਚਦੇ ਹੋ ਨਾ, ਉਹ ਗੱਲ ਯਾਦ ਰੱਖਿਓ, ਜੇ ਤੁਸੀਂ ਅੱਜ ਵੇਚ ਰਹੇ ਹੋ ਨਾ, ਕੱਲ ਨੂੰ ਤੁਹਾਡੇ ਵੀ ਬੱਚੇ ਲੱਗਣਗੇ। ਜੇ ਤੁਸੀਂ ਇਹ ਦਲਦਲ ਲੋਕ ਵੇਚਦੇ ਹੋ, ਤੁਸੀਂ ਅੱਜ ਐਸ਼ ਕਰ ਰਹੇ ਹੋ, ਸਭ ਕੁਝ ਇੱਥੇ ਹੀ ਹੈ, ਸਾਰਾ ਕੁਝ ਨਰਕ ਸਰਗ ਇੱਥੇ ਹੀ ਹੈ, ਤੁਸੀਂ ਸਾਰਾ ਕੁਝ ਮਤਲਬ ਕਿ ਇੱਥੇ ਹੀ ਦੇਖੋਗੇ। ਇਸ ਕਰਕੇ ਜਿਹੜੇ ਵੇਚਦੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਵੀਰੇ ਨਸ਼ਾ ਛੱਡ, ਇਹ ਨਾ ਵੇਚਿਆ ਕਰੋ। ਲੋਕ ਸਾਡੀ ਜਵਾਨੀ ਪੰਜਾਬ ਦੀ ਨਾ ਖਤਮ ਕਰੋ। ਬਸ ਸਾਰੇ ਵੀਰਾਂ ਨੂੰ ਬੇਨਤੀ, ਨਸ਼ਾ ਛੱਡੋ ਤੇ ਆਪਣੇ ਘਰਾਂ 'ਚ ਵਾਪਸ ਆ ਜਾਓ। ਬਸ ਇਹੀ ਤੇ ਗੱਲ। ਜਾਂਦੇ ਜਾਂਦੇ ਬਾਈ ਦਰਸ਼ਕਾਂ ਨੂੰ ਕੀ ਮੈਸੇਜ ਜਾਂ ਸੰਦੇਸ਼ ਦੇਣਾ ਚਾਹੋਗੇ? ਬਸ ਸੰਦੇਸ਼ ਮੇਰਾ ਇਹੀ, ਜਾਂਦੇ ਜਾਂਦੇ ਵੀਰ ਜੀ, ਸਾਰੇ ਵੀਰਾਂ ਭਰਾਵਾਂ ਨੂੰ ਨਸ਼ਾ ਛੱਡ ਕੇ ਆਪਣੇ ਆਪਣੇ ਘਰਾਂ 'ਚ ਆਓ, ਆਪਣੇ ਮਾਂ ਪਿਓ ਦਾ ਰਿਸਪੈਕਟ ਕਰੋ, ਇੱਜ਼ਤ ਕਰੋ, ਤੇ ਆਪਣੇ ਘਰ ਵਾਲਿਆਂ ਦੀ, ਆਪਣੇ ਬੱਚਿਆਂ ਦੀ, ਸਾਰਿਆਂ ਦੀ ਇੱਜ਼ਤ ਕਰੋ, ਤੇ ਆਪਣੇ ਪਰਿਵਾਰ ਨੂੰ ਮੁੱਖ ਮਤਲਬ ਆਪਣੇ ਪਰਿਵਾਰ ਦੀ ਖੁਸ਼ੀ ਵਾਸਤੇ ਬੰਦਾ ਕੁਝ ਵੀ ਕਰ ਸਕਦਾ। ਆਪਣੇ ਪਰਿਵਾਰ ਨੂੰ ਖੁਸ਼ ਰੱਖੋ, ਆਪਣੇ ਮਾਂ ਪਿਓ ਨੂੰ ਖੁਸ਼ ਰੱਖੋ, ਮਿਹਨਤ ਕਰੋ। ਬਸ ਮਿਹਨਤ ਕਰਕੇ, ਕੰਮ ਕਰਕੇ ਆਪਣਾ ਪਰਿਵਾਰ ਪਾਲੋ। ਕੋਈ ਏਦਾਂ ਦਾ ਰਸਤਾ ਨਾ ਚੁਣੋ ਵੀ ਜਿਹਦੇ ਕਰਕੇ ਤੁਹਾਨੂੰ ਗਲਤ ਪਾਸੇ ਜਾ ਕੇ, ਤੁਸੀਂ ਗਲਤ ਪਾਸੇ ਜਾ ਕੇ ਪੈਸੇ ਚੁਣੋਗੇ। ਗਲਤ ਪਾਸੇ ਨਾ ਜਾਓ, ਚੰਗੇ ਪਾਸੇ ਆਓ। ਤੇ ਬਹੁਤ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ। ਤੁਹਾਡੇ ਨਾਲ ਵੀ ਬਹੁਤ ਵਧੀਆ ਲੱਗਾ ਗੁਰਵਿੰਦਰ ਜੀ ਗੱਲ ਕਰਕੇ, ਬਹੁਤ ਬਹੁਤ ਥੈਂਕ ਯੂ। ਤੁਸੀਂ ਵੀ, ਤੁਹਾਡਾ ਵੀ ਸਾਡੇ ਵਰਗੇ ਬੰਦਿਆਂ ਨੂੰ ਅੱਗੇ ਲੈ ਕੇ ਆਉਂਦੇ ਹੋ, ਸਾਨੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਈ। ਗੁਰਵਿੰਦਰ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।